हाँ जी, गुड मॉर्निंग एवरीवन। अपनी क्लासेस ग्रामर दियाँ फ्री ऑफ कॉस्ट ऑफलाइन प्लस ऑनलाइन सारियां चल रही ने। क्लासेस लगातार कंटिन्यू चल रही ने। टॉपिक कवर करते जा रहे हैं। ਜਿਹੜੇ ਬੱਚਿਆਂ ਨੂੰ ਵੀਡੀਓ ਇੱਕ ਵਾਰੀ ਦੇਖ ਕੇ ਨਹੀਂ ਪਤਾ ਲੱਗਦਾ ਐਕਚੁਅਲ ਦੇ ਵਿੱਚ ਉਹ ਕੀ ਕਰਦੇ ਜਸਟ ਵੀਡੀਓ ਦੇਖਦੇ ਪਏ ਆ। ਮੈਨੂੰ ਕੱਲ WhatsApp ਤੇ ਵੀ ਕਈ ਰਿਪਲਾਈਜ਼ ਆਏ ਸੀਗੇ ਜਦੋਂ ਆਪਾਂ ਫਸਟ ਵੀਡੀਓ ਅਪਲੋਡ ਕੀਤੀ ਸੀਗੀ ਤੇ ਉਸ ਤੇ ਕੀ ਹੈ ਕਿ ਸਟੂਡੈਂਟਸ ਨੇ ਕਿਹਾ ਕਿ ਸਰ ਵੀਡੀਓ ਦੇ ਵਿੱਚ ਇੱਕ ਵਾਰੀ ਦੇਖਣ ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਬਟ ਜਦੋਂ ਵੀਡੀਓ ਦੇਖਦੇ ਹੋ ਤੁਸੀਂ ਐਕਚੁਅਲ ਦੇ ਵਿੱਚ ਲੈਕਚਰ ਥੋੜਾ ਫਾਸਟ ਹੁੰਦਾ ਹੈ ਤਾਂ ਕਿ ਆਪਾਂ ਟਾਈਮ ਘੱਟ ਟਾਈਮ ਦੇ ਵਿੱਚ ਜ਼ਿਆਦਾ ਕੰਟੈਂਟ ਕਵਰ ਕਰ ਸਕੀਏ। ਆਈ ਰეკਮੈਂਡ ਕਿ ਤੁਸੀਂ ਵੀਡੀਓ ਨੂੰ ਪੌਜ਼ ਕਰ ਕਰਕੇ ਜਦੋਂ ਤੁਹਾਨੂੰ ਇੱਕ ਚੀਜ਼ ਕਰਾਈ ਜਾਂਦੀ ਹੈ ਨੋਟਬੁੱਕ ਤੇ ਉਹਨੂੰ ਨੋਟ ਡਾਊਨ ਕਰਕੇ ਉਹਦੀ ਇੱਕ ਐਗਜ਼ਾਮਪਲ ਬਣਾ ਕੇ ਫਿਰ ਨੈਕਸਟ ਵੀਡੀਓ ਅੱਗੇ ਕੰਟੀਨਿਊ ਕਰੋ। ਪ੍ਰੋਪਰ ਵੇ ਨਾਲ ਦੇਖੋਗੇ ਤਾਂ ਪ੍ਰੋਪਰ ਵੇ ਨਾਲ ਤੁਹਾਨੂੰ ਸਮਝ ਆਏਗੀ। ਹਾਂਜੀ, ਤਾਂ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈਗਾ ਕੋਰਿਲੇਟਿਵ ਕੰਜੰਕਸ਼ਨਸ। ਜਿਵੇਂ ਕਿ ਆਪਾਂ ਕੱਲ ਕੰਜੰਕਸ਼ਨ ਸਟਾਰਟ ਕੀਤੇ ਸੀਗੇ ਉਹਦੇ ਵਿੱਚ ਆਪਾਂ ਕੋਆਰਡੀਨੇਟਿਵ ਕੰਜੰਕਸ਼ਨ ਕਵਰ ਕੀਤੇ ਸੀਗੇ 7 ਜਿਹਨੂੰ ਕਿ ਫੈਨ ਵੌਇਸ ਦਾ ਆਪਾਂ ਨਾਮ ਦਿੱਤਾ ਸੀਗਾ ਫॉर ਐਂਡ ਨॉर ਬਟ ਔਰ ਯੈਟ ਐਂਡ ਸੋ। ਓਕੇ, ਇਹ ਕੰਜੰਕਸ਼ਨ 7 ਦੇ 7 ਕਵਰ ਕੀਤੇ ਸੀਗੇ। ਅੱਜ ਆਪਾਂ 10 ਕੰਜੰਕਸ਼ਨ ਕਵਰ ਕਰਨੇ ਜੋ ਕਿ ਕੋਰਿਲੇਟਿਵ ਦੇ ਵਿੱਚ ਹੈ। ਕੋਰਿਲੇਟਿਵ ਕੰਜੰਕਸ਼ਨ 10 ਤੋਂ ਵੀ ਜ਼ਿਆਦਾ ਹੁੰਦੇ ਆ ਪਰ ਆਪਾਂ ਮੇਨ ਜਿਹੜੇ ਟਿਪੀਕਲ ਯੂਜ਼ ਹੁੰਦੇ ਆ ਆਪਣੀ ਰਾਈਟਿੰਗ ਦੇ ਵਿੱਚ ਆਪਣੀ ਰੀਡਿੰਗ ਦੇ ਵਿੱਚ ਆਪਾਂ ਨੂੰ ਐਨਕਾਊਂਟਰ ਕਰਨ ਨੂੰ ਮਿਲਦੇ ਆ ਉਹ ਕੰਜੰਕਸ਼ਨਸ ਆਪਾਂ ਅੱਜ ਕਵਰ ਕਰਾਂਗੇ। ਹਾਂਜੀ, ਤਾਂ ਆਪਾਂ ਸਟਾਰਟ ਕਰਦੇ ਹਾਂ ਵਿੱਚ। ਹਾਂਜੀ ਸਟੂਡੈਂਟਸ, ਆਪਣੀ ਕੋਰਿਲੇਟਿਵ ਕੰਜੰਕਸ਼ਨ ਦੀ ਲਿਸਟ ਹੈ not only but also so ਤੇ that। so that ਇੱਕ ਵਾਰੀ ਆਪਾਂ ਅਲੱਗ-ਅਲੱਗ ਵੀ ਯੂਜ਼ ਕਰਾਂਗੇ ਤੇ so that ਇਕੱਠਾ ਵੀ ਯੂਜ਼ ਕਰਾਂਗੇ। although yet if then when ਤੇ then neither nor either or whether ਤੇ or rather than less ਤੇ should। ਓਕੇ, ਇਹਨਾਂ ਵਿੱਚੋਂ ਕੁਝ ਕੰਜੰਕਸ਼ਨ ਬੱਚਿਆਂ ਨੂੰ ਆਲਰੇਡੀ ਆਉਂਦੇ ਹੋਣਗੇ ਤੇ ਕੁਝ ਕੰਜੰਕਸ਼ਨ ਆ ਜਿਹੜੇ ਆਪਾਂ ਉਹਨਾਂ ਨੂੰ ਕਲੀਅਰ ਕਰਵਾ ਦਾਂਗੇ। ਇਹਨਾਂ ਦੇ ਨਿੱਕੇ ਨਿੱਕੇ ਡਾਊਟ ਜਿਹੜੇ ਹੁੰਦੇ ਆ ਉਹ ਆਪਾਂ ਕਲੈਰਿਟੀ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਪਹਿਲੇ ਕੰਜੰਕਸ਼ਨ ਦੇ ਨਾਲ which is not only but also। ਦੇਖੋ ਕੱਲ ਆਪਾਂ ਇੱਕ ਐਂਡ ਕੰਜੰਕਸ਼ਨ ਕੀਤਾ ਸੀ ਹੈਨਾ। ਐਂਡ ਕੰਜੰਕਸ਼ਨ ਦੀ ਲਗਾਉਣ ਦੀ ਬਜਾਏ ਜੇਕਰ ਆਪਾਂ not only but also ਲਗਾਈਏ not only but also ਜਿਵੇਂ ਕਿ I like pizza and burger। अपने को सिंपल एग्जांपल है I like pizza and burger। सो आपा and ਦੀ ਜਗ੍ਹਾ ਕੀ ਲਗਾਵਾਂਗੇ not only but also। ਠੀਕ ਹੈ, ਜਿਵੇਂ ਕਿ ਪਹਿਲੇ ਵਰਡ ਤੋਂ ਪਹਿਲਾਂ ਜਿਹੜੇ and ਦੇ ਦੋ ਵਰਡ ਨੂੰ ਕੰਬਾਈਨ ਕਰਦਾ ਹੈ ਪਹਿਲੇ ਵਰਡ ਤੋਂ ਪਹਿਲਾਂ not only ਆ ਜਾਊਗਾ ਤੇ ਦੂਜੇ ਵਰਡ ਤੋਂ ਪਹਿਲਾਂ but also। I like not only pizza I like not only pizza but also burger। ਜਾਂ ਆਪਾਂ ਨੂੰ ਵੀ ਲਿਖ ਸਕਦੇ ਹਾਂ but burger also। also ਨੂੰ ਆਪਾਂ and ਤੇ ਵੀ ਕਰ ਸਕਦੇ ਹਾਂ। so this is very simple way। ਕੱਲ and ਦੇ ਜਿੰਨੇ ਵੀ ਆਪਾਂ ਐਗਜ਼ਾਮਪਲ ਕੀਤੇ ਸੀਗਾ ਸਾਰੀਆਂ ਐਗਜ਼ਾਮਪਲ ਨੂੰ ਆਪਾਂ and ਵਾਂਗੂ and ਦੀ ਜਗ੍ਹਾ ਤੇ ਯੂਜ਼ ਕਰ ਸਕਦੇ ਹਾਂ ਚਾਹੇ ਉਹ ਪੂਰਾ ਸੈਂਟੈਂਸ ਹੋਵੇ ਚਾਹੇ ਉਹ ਛੋਟਾ ਸੈਂਟੈਂਸ ਹੋਵੇ। ਜਿਵੇਂ ਪੂਰੇ ਦੇ ਪੂਰੇ ਸੈਂਟੈਂਸ ਨੂੰ ਵੀ ਆਪਾਂ not only but also ਨਾਲ ਆਪਾਂ ਕਰ ਸਕਦੇ ਹਾਂ। ਐਗਜ਼ਾਮਪਲ ਦੇਖ ਲਓ ਜਿਵੇਂ ਕਿ not only government should government should make rules। ਸਰਕਾਰ ਨੂੰ ਇਹ ਨਿਯਮ ਬਣਾਉਣੇ ਚਾਹੀਦੇ ਨੇ but people should follow them also। ਲੋਕਾਂ ਨੂੰ ਉਹਨਾਂ ਨੂੰ ਫੋਲੋ ਵੀ ਕਰਨਾ ਚਾਹੀਦਾ ਹੈ। ਤਾਂ ਆਪਣੀ ਪੂਰੀ ਲਾਈਨ ਤੇ ਵੀ not only but also ਲੱਗ ਸਕਦਾ। ਹੁਣ ਤੁਸੀਂ ਦੇਖੋ but ਤੇ also ਦੇ ਵਿਚਾਲੇ ਆਪਾਂ ਕਿੰਨੀਆਂ ਚੀਜ਼ਾਂ ਪੂਰੇ ਦਾ ਪੂਰਾ ਸੈਂਟੈਂਸ ਫਿੱਟ ਕਰਤਾ। in this way you can better your sentences, you can better your writing skills। okay, ਨਿੱਕੀਆਂ ਨਿੱਕੀਆਂ ਚੀਜ਼ਾਂ ਇੰਪਲੀਮੈਂਟ ਕਰਕੇ ਆਪਾਂ ਆਪਣੀ ਰਾਈਟਿੰਗ ਨੂੰ ਡਿਵੈਲਪ ਕਰ ਲੈਂਦੇ ਆ। ਪਰ ਆਪਾਂ ਕਦੋਂ ਸੋਚਦੇ ਆ ਕਿ ਰਾਈਟਿੰਗ ਦੇ ਵਿੱਚ ਆਪਾਂ ਅੱਕਦੇ ਬਹੁਤ ਜਲਦੀ ਹੈ ਕਿ ਮੇਰੇ ਤੋਂ ਨਹੀਂ ਹੁੰਦਾ, ਮੇਰੇ ਤੋਂ ਵਾਰੀ-ਵਾਰੀ ਗਲਤੀ ਹੁੰਦੀ, ਮੇਰੇ ਨਹੀਂ ਪੱਲੇ ਪੈਂਦਾ। ਬਟ ਡੇ ਬਾਈ ਡੇ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਕਿ ਤੁਹਾਡੀ ਇੰਪਰੂਵਮੈਂਟ ਹੋ ਰਹੀ ਹੈ। ਓਕੇ, ਸੋ ਦਿਸ ਇਜ਼ ਨਾਟ ਓਨਲੀ ਬਟ ਆਲਸੋ। ਸਿੱਧਾ ਸਿੱਧਾ ਕਿਹਦੀ ਜਗ੍ਹਾ ਤੇ ਯੂਜ਼ ਕਰਨਾ ਹੈ ਐਂਡ ਦੀ ਜਗ੍ਹਾ ਤੇ। ਓਕੇ, ਨੈਕਸਟ ਐਗਜ਼ਾਮਪਲ so that। ਪਹਿਲਾਂ so ਤੇ that ਨੂੰ ਆਪਾਂ ਅਲੱਗ-ਅਲੱਗ ਕਰਾਂਗੇ ਫਿਰ so ਤੇ that ਨੂੰ ਇਕੱਠਾ ਵੀ ਕਰਾਂਗੇ। ਓਕੇ,
सो ते दैट दे विच की चीज आऊगी सिंपल देखियो जिवें कि राम इज सो इंटेलिजेंट आप इहदी तारीफ करती ओके पहला कंजंक्शन लगा के तारीफ करती नेक्स्ट की चीज है राम इज सो इंटेलिजेंट दैट he can clear the exam easily ਹੁਣ ਉਹਦੀ ਤਾਰੀਫ ਦਾ ਰਿਜ਼ਲਟ ਲਿਖਦਾ ਆਪਾਂ ਰਾਮ ਇੰਨਾ ਇੰਟੈਲੀਜੈਂਟ ਹੈ ਕਿ ਉਹ ਆਰਾਮ ਨਾਲ ਪੇਪਰ ਕਲੀਅਰ ਕਰ ਸਕਦਾ ਵੈਰੀ ਸਿੰਪਲ ਇੱਥੇ ਕੈਨ ਵਾਲਾ ਮਾਡਲ ਲਗਾ ਕੇ ਆਪਾਂ ਲਾਈਨ ਕਲੀਅਰ ਕਰਤੀ ਮੋਸਟਲੀ ਇੱਥੇ ਕੈਨ ਵਾਲਾ ਹੀ ਲੱਗਦਾ ਹੈ ਜਿਹੜਾ दैट तो बाद लगूगा ठीक है एक एग्जांपल ਇਹਦੀ ਹੋਰ ਦੇਖ ਲਓ ਆਪਾਂ ਤੁਹਾਡੇ ਚ ਲੈਨੇ ਆ ਆਪਾਂ ਵਾਰੀ-ਵਾਰੀ ਨਾਮ ਨੂੰ ਮਿਸ ਕਰ ਰਹੇ ਹਾਂ ਹਾਂਜੀ Sanpreet is so honest ਉਹ ਇੰਨੀ ਇਮਾਨਦਾਰ ਹੈ that she cannot take bribe ओके ਹੁਣ देखो दैट तो बाद ਜਿਹੜੀ ਵੀ ਗੱਲ ਲੱਗਣੀ ਹੈ ਤੁਹਾਡੇ ਇਸ ਵਰਡ ਤੇ ਡਿਪੈਂਡ ਕਰੇਗੀ ਜੇਕਰ ਤੁਸੀਂ ਇੱਥੇ ਉਹਦੀ ਤਾਰੀਫ ਕਰਕੇ ਗਏ ਹੋ ਤਾਂ ਅੱਗੇ ਉਹਦੀ ਬੁਰਾਈ ਨਹੀਂ ਕਰੋਗੇ ਉਹਦੀ ਕੋਈ ਤਾਰੀਫ ਹੀ ਕਰੋਗੇ ਉਵੇਂ ਜੇਕਰ ਆਪਾਂ ਓਨੈਸਟੀ ਦੀ ਗੱਲ ਕੀਤੀ ਹੈ ਤਾਂ ਆਪਾਂ ਇਹ ਕਹਾਂਗੇ ਸ਼ੀ ਕੈਨ ਟੇਕ ਬ੍ਰਾਈਬ ਉਹ ਇੰਨੀ ਇਮਾਨਦਾਰ ਹੈ ਕਿ ਉਹ ਰਿਸ਼ਵਤ ਲੈ ਸਕਦੀ ਹੈ that would be wrong ਤੁਸੀਂ ਆਪਣੀ ਗੱਲ ਨੂੰ ਝੂਠਾ ਪਾ ਰਹੇ ਹੋ Sanpreet is so honest that she cannot take bribe ਕਿ ਉਹ ਰਿਸ਼ਵਤ ਨਹੀਂ ਲੈ ਸਕਦੀ इजी हाँ जी नेक्स्ट जेड़ा सेंटेंस है मैं वीडियो देखने वाले नु रिक्वेस्ट करूंगा कि बेटा अपनी एग्जांपल जरूर सेंड करया करो ताकि ਤੁਹਾਨੂੰ खुद ਨੂੰ पता लगे कि ਤੁਸੀਂ सही लर्न ਕੀਤਾ है या गलत लर्न ਕੀਤਾ है चाहे WhatsApp ਤੇ सेंड कर दो वीडियो ਦੀ स्टार्टिंग ਤੇ जो थंबनेल है ਉਹਦੇ ਤੇ ਕੰਟੈਕਟ ਨੰਬਰ ਹੈਗਾ ਉਹਦੇ ਤੇ ਤੁਸੀਂ ਆਪਣਾ एग्जांपल सेंड कर सकते हो ठीक है हाँ जी ਹੁਣ ਆਪਾਂ ਗੱਲ ਕਰਦੇ ਹਾਂ ਕੱਲੇ so that ਦੀ so that ਤੇ ਉਹਦੇ ਵਿੱਚ ਕੀ ਫਰਕ ਹੈ ਜਿਹੜਾ so that है इकट्ठा यूज होएगा so that इकट्ठा यूज होएगा पहला अलग-अलग यूज किया ना so ਇੱਥੇ ਪਿਆ that ਇੱਥੇ ਪਿਆ ਹੁਣ ਇਕੱਠਾ यूज होएगा ਇਹਦਾ मीनिंग ਬਣੂਗਾ ਤਾਂ ਜੋ ਕੀ मीनिंग ਬਣੂਗਾ ਤਾਂ ਜੋ ਹਾਂਜੀ ਇਹ ਕੀ ਕਹਾਂਗੇ ਆਪਾਂ I am learning French मैं फ्रेंच लर्न कर रहा हूं ठीक है I am learning French so that I can get PR in Canada easily ताकि मैं आसानी नाल कनाडा विच PR मिल जाए सो दैट तो बाद ਤੁਸੀਂ ਆਪਣਾ ਪਰਪਸ ਲਗਾਓਗੇ ਤੁਸੀਂ ਦੱਸੋਗੇ ਵੀ ਕੋਈ ਐਕਟੀਵਿਟੀ ਤੁਸੀਂ ਜਿਹੜੀ ਸਟਾਰਟਿੰਗ ਤੇ ਲਗਾਈ ਹੈ ਕਿਉਂ ਕਰ ਰਹੇ ਹੋ ਉਹਦਾ ਪਰਪਸ ਕੀ ਹੈ ਕਰਨ ਦਾ ਠੀਕ ਹੈ ਜਿਵੇਂ ਕਿ ਤੁਸੀਂ ਸਾਰੇ ਜਣੇ ਇੱਥੇ ਇੰਗਲਿਸ਼ ਲਰਨ ਕਰ ਰਹੇ ਹੋ ਤਾਂ ਕਿ ਤੁਸੀਂ ਆਪਣੀ ਫੋਰਨ ਕੰਟਰੀ ਜਾ ਸਕੋ ਯੂ ਆਰ ਲਰਨਿੰਗ ਇੰਗਲਿਸ਼ ਸੋ ਦੈਟ ਯੂ ਕੈਨ ਸੈਟਲ ਇਨ ਕੈਨੇਡਾ ਯੂ ਕੈਨ ਗੋ ਟੂ ਫੋਰਨ ਕੰਟਰੀ ਹਾਂਜੀ सो स्टूडेंट अपने कोले जेडे सो दैट है पहला आपा दसांगे भी कोई आपा एक्टिविटी कर रहे हैं सो दैट लगा के दसांगे कि आपा क्यों कर रहे हैं ठीक है बिकॉज़ से सो दैट से फर्क है बिकॉज़ लगा के बोलेंगे बिकॉज़ आई वांट टू सेटल इन कनाडा आपा से इच्छा जाहिर करांगे बिकॉज़ लगा के ते सो दैट लगा के बोलेंगे सो दैट आई कैन सेटल इन कनाडा ये फर्क है दे विच ठीक है बिकॉज़ नालों थोड़ा जा ये डिफरेंट है ओके नेक्स्ट आप स्टार्ट करते हैं सो दैट दी एग्जांपल चाहिए कोई हो रहे हैं आगे चल गए ओके एक एग्जांपल और लिख लो आई बॉट अ कार लिखियो आई बॉट अ कार सो दैट आई कैन ट्रैवल एनीवेयर इजीली मैं कार खरीदी है ता जो मैं किते भी आसानी नाल ट्रैवल कर सका ओके हाँ जी क्लियर एग्जांपल
ਪਹਿਲਾਂ ਆਪਾਂ ਇੱਕ ਚੀਜ਼ ਦੱਸਤੀ ਵੀ ਕੋਈ ਆਪਾਂ ਐਕਟੀਵਿਟੀ ਕੀਤੀ ਹੈ, ਫਿਰ ਆਪਾਂ ਉਹਦਾ ਪਰਪਸ ਦੱਸਣਾ ਹੈਗਾ, that is about so that, ਤੇ so ਤੇ that ਨਾਲੋਂ ਇਹ ਕਾਫੀ ਅਲੱਗ ਹੈ। ਓਕੇ ਹਾਂਜੀ ਸਟੂਡੈਂਟਸ, ਜਿਹੜਾ ਆਲਦੋ ਤੇ yet ਹੈ ਇਹਦੇ ਵਿੱਚ ਤੁਸੀਂ ਪਹਿਲਾਂ ਇੱਕ ਗੱਲ ਕਹੋਗੇ, ਜਿਵੇਂ ਉਹ ਪੰਜਾਬੀ ਚ ਇੱਕ ਗੱਲ ਨਹੀਂ ਕਹਿੰਦੇ ਭਾਵੇਂ ਕਹਿ ਕੇ, ਸੋ ਆਲਦੋ ਦਾ ਮੀਨਿੰਗ ਕੀ ਹੈ? ਭਾਵੇਂ। ਠੀਕ ਹੈ, ਤੇ yet ਦਾ ਮੀਨਿੰਗ ਆਪਾਂ ਕੱਲ ਵੀ ਕੀਤਾ ਸੀ, ਪਰ ਫਿਰ ਵੀ। ਠੀਕ ਹੈ, ਭਾਵੇਂ ਲਾ ਕੇ ਇੱਕ ਗੱਲ ਕਹਾਂਗੇ, ਪਰ ਫਿਰ ਵੀ ਲਗਾ ਕੇ ਉਹਨੂੰ ਆਪੋਜ਼ਿਟ ਗੱਲ ਕਹਾਂਗੇ। ਠੀਕ ਹੈ, ਇਹ ਦੋਨੋਂ ਆਪੋਜ਼ਿਟ ਗੱਲਾਂ ਨੂੰ ਜੋੜਨ ਲਈ ਹੁੰਦਾ ਹੈ। ਸਿੰਪਲ ਐਗਜ਼ਾਮਪਲ ਤੋਂ ਤੁਹਾਨੂੰ ਮੀਨਿੰਗ ਸਮਝ ਲੱਗ ਜਾਏਗਾ। ਇੱਕ ਐਡਵਾਂਸ ਐਗਜ਼ਾਮਪਲ ਕਰਾਂਗੇ। although my father is very rich, yet he is very miser। ठीक है, ਭਾਵੇਂ ਮੇਰੇ ਪਿਤਾ ਜੀ ਬਹੁਤ ਅਮੀਰ ਹਨ, ਫਿਰ ਵੀ ਉਹ ਬਹੁਤ ਕੰਜੂਸ ਹਨ। ਠੀਕ ਹੈ, मतलब कि एक बारी तारीफ, दूसरी बारी बुराई, एक पॉजिटिव गल, एक नेगेटिव गल, वेरी सिंपल सेंटेंस। ठीक है, एक और देखो। हाँ जी प्लीज नॉइस ना करो विच। ओके, although people are interested in English language, okay, ਭਾਵੇਂ ਲੋਕ ਇੰਗਲਿਸ਼ ਲੈਂਗੁਏਜ ਵਿੱਚ ਇੰਟਰਸਟਿਡ ਨੇ, yet they like to watch, they prefer to watch Hollywood movies in Hindi। Am I right? Yes sir। ਭਾਵੇਂ ਲੋਕ ਇੰਗਲਿਸ਼ ਲੈਂਗੁਏਜ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਿਡ ਹਨ, ਪਰ ਫਿਰ ਵੀ ਉਹ ਹਾਲੀਵੁੱਡ ਮੂਵੀਜ਼ ਨੂੰ ਹਿੰਦੀ 'ਚ ਦੇਖਣਾ ਪਸੰਦ ਕਰਦੇ ਆ। ਇੱਕ ਗੱਲ ਹੋਰ ਤੇ ਦੂਜੀ ਗੱਲ ਹੋਰ। ਹੁਣ ਇੱਕ ਗੱਲ ਧਿਆਨ ਨਾਲ ਸੁਣੋ, ਜਿਹੜੇ ਸਟੂਡੈਂਟਸ ਆਇਲਸ ਕਰਦੇ ਪਏ ਆ ਜਾਂ ਪੀਟੀ ਕਰਦੇ ਪਏ ਆ, ਉਹਨਾਂ ਨੂੰ ਮੈਂ ਇੱਕ ਚੀਜ਼ ਸਮਝਾਦਾ ਕਿ ਜਦੋਂ ਤੁਸੀਂ ਆਲਦੋ ਯੂਜ਼ ਕਰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਯੈਟ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਸੀਂ ਸਪੀਕਿੰਗ ਕਰਨੀ ਹੈ ਤਾਂ ਆਲਦੋ ਵਾਲੇ ਸੈਂਟੈਂਸ ਨਾਲ ਯੈਟ ਲਗਾਓ, ਜੇ ਤੁਸੀਂ ਰਾਈਟਿੰਗ ਕਰਨੀ ਹੈ ਆਲਦੋ ਵਾਲੇ ਸੈਂਟੈਂਸ ਨਾਲ ਯੈਟ ਨਹੀਂ ਲਗਾਵਾਂਗੇ ਆਪਾਂ, ਸਿਰਫ ਕੋਮਾ ਹੀ ਆਪਾਂ ਨੂੰ ਯੈਟ ਦਾ ਮੀਨਿੰਗ ਦੇਊਗਾ। ਓਕੇ, ਤੁਹਾਨੂੰ ਦੁਬਾਰਾ ਯੈਟ ਲਿਖਣ ਦੀ ਲੋੜ ਹੀ ਨਹੀਂ, ਸਿੱਧਾ ਸਿੱਧਾ ਤੁਹਾਡਾ ਮੀਨਿੰਗ ਬਣ ਜਾਂਦਾ ਹੈ। ਆਲਦੋ ਪੀਪਲ ਆਰ ਇੰਟਰਸਟਿਡ ਇਨ ਇੰਗਲਿਸ਼ ਲੈਂਗੁਏਜ, ਦੇ ਪ੍ਰੈਫਰ ਟੂ ਵਾਚ ਹਾਲੀਵੁੱਡ ਮੂਵੀਜ਼ ਇਨ ਹਿੰਦੀ। ਓਕੇ, ਤੁਹਾਡਾ ਮੀਨਿੰਗ ਹੈ ਜਿਹੜਾ ਅੰਡਰਸਟੂਡ ਹੋ ਗਿਆ ਯੈਟ ਦਾ, ਉਹਨੂੰ ਲਿਖਣ ਦੀ ਜ਼ਰੂਰਤ ਨਹੀਂ ਹੈਗੀ। ਪੀਟੀ ਵਾਲੇ ਤੇ ਆਇਲਸ ਵਾਲੇ ਸਟੂਡੈਂਟ ਕਲੀਅਰ? ਹਾਂਜੀ, ਨੈਕਸਟ ਆਪਣੇ ਕੋਲੇ ਸੈਂਟੈਂਸ ਆ ਗਿਆ ਇਫ ਤੇ ਦੈਨ। ਹਾਂਜੀ, ਇਫ ਤੇ ਦੈਨ, ਜਦੋਂ ਤੁਸੀਂ ਇੱਕ ਗੱਲ ਜੇ ਲਾ ਕੇ ਕਹਿੰਦੇ ਹੋ, मतलब कि ਤੁਸੀਂ ਇੱਕ ਸ਼ਰਤ ਰੱਖ ਦਿੰਦੇ ਹੋ, ਇਹਨੂੰ ਕੰਡੀਸ਼ਨਲ ਸੈਂਟੈਂਸ ਕਹਿੰਦੇ ਆ। ਠੀਕ ਹੈ, ਧਿਆਨ ਰੱਖੋ ਇਹ ਦੋ ਤਿੰਨ ਤਰ੍ਹਾਂ ਦੇ ਹੋਣਗੇ, ਮੈਂ ਤੁਹਾਨੂੰ ਤਿੰਨੇ ਤਰ੍ਹਾਂ ਦੇ ਕਰਵਾ ਦਿੰਦਾ ਕੰਡੀਸ਼ਨਲ ਸੈਂਟੈਂਸ। ਠੀਕ ਹੈ, ਪਹਿਲਾਂ ਆਪਾਂ ਇੱਕ ਸ਼ਰਤ ਰੱਖਾਂਗੇ। ਸ਼ਰਤ ਕਿਹੜੇ ਟੈਂਸ ਨਾਲ ਰੱਖਣੀ ਹੈ? ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਨਾਲ, ਜਿਹੜਾ ਕਿ ਆਪਾਂ ਪਿਛਲੀਆਂ ਵੀਡੀਓਜ਼ ਵਿੱਚ ਕਰਵਾਇਆ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਆਪਾਂ ਸ਼ਰਤ ਰੱਖਣੀ ਹੈ, ਜਿਵੇਂ ਕਿ if you pass the exam, if you pass the exam with first position, ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਕੀਤਾ, मतलब कि ਆਪਾਂ ਇੱਕ ਸ਼ਰਤ ਰੱਖਦੇ, ਜਿਵੇਂ ਜਵਾਕਾਂ ਕੇ ਨਹੀਂ ਰੱਖ ਦਿੰਦੇ ਕਿ ਵੀ ਜੇ ਤੂੰ ਪਹਿਲੇ ਨੰਬਰ ਤੇ ਆ ਗਿਆ ਤਾਂ ਤੈਨੂੰ ਮੈਂ ਮੋਟੇ ਟਾਇਰਾਂ ਵਾਲਾ ਸਾਈਕਲ ਲੈ ਕੇ ਦੇਵਾਂਗਾ। ਠੀਕ ਹੈ, ਜੇ ਤੂੰ ਪਹਿਲੇ ਨੰਬਰ ਤੇ ਆ ਗਿਆ ਤਾਂ ਤੈਨੂੰ ਮੈਂ ਆਈਫੋਨ ਲੈ ਕੇ ਦੇਵਾਂਗਾ। ਨਿੱਕੇ ਨਿੱਕੇ ਜਵਾਕਾਂ ਕੇ ਉਹਨਾਂ ਨੂੰ ਲਾਲਚ ਦੇਣ ਲਈ ਇੱਕ ਸ਼ਰਤ ਰੱਖ ਦਿੰਦੇ। ਠੀਕ ਹੈ, ਤਾਂ ਉਹ ਵੀ ਇੱਕ ਤਰ੍ਹਾਂ ਦੀ ਸ਼ਰਤ ਹੈ ਵੀ ਜੇ ਤੂੰ ਪਹਿਲੀ ਪੋਜੀਸ਼ਨ ਨਾਲ ਪਾਸ ਹੋ ਗਿਆ, if you pass the exam with first position, याद रखियो indefinite tense। ठीक है, दूसरा टेंस केड़ा होगा? फ्यूचर indefinite। ठीक है, if you pass the exam with first position, I will buy you a beautiful toy car।
a beautiful toy car इतने लिखो। ठीक है, पहला की टेंस आऊगा इंडेफिनिट। कई बच्चे इफ वाले सेंटेंस ਵਿੱਚ ਹੀ फ्यूचर लगाਉਣ ਲੱਗ ਜਾਂਦੇ ਆ, that is wrong। इफ वाले सेंटेंस ਵਿੱਚ फ्यूचर नहीं ਲੱਗਦਾਗਾ, याद ਰੱਖੇਗਾ। ठीक है, बहुत बड़ी गलती है। तो ਆਪਾਂ ਇੱਥੇ ਜਿਹੜੀ ਇਹਦੀ ਦੂਜੀ ਟਾਈਪ ਹੈ ਉਹਦੀ ਐਗਜ਼ਾਮਪਲ ਕਰਾ ਦਿੰਦਾ ਕਿ ਕਈ ਵਾਰੀ ਆਪਾਂ ਨੂੰ ਐਗਜ਼ਾਮਪਲ ਪਾਸਟ ਵਿੱਚ ਦੇਣੀ ਪੈਂਦੀ ਹੈ ਕਿ ਜੇ ਉਹ ਇੰਜ ਕਰਦਾ। ਓਕੇ, ਜਿਵੇਂ ਕਿ if she, ठीक है, if she bought new clothes yesterday, जो कल नवे कपड़े खरीद लेंदी। ठीक है, if she bought new clothes yesterday, she would not need to buy, she would need to borrow from his friend, from her friend। जेकर वो कल कपड़े खरीद लेंदी तो ਉਹਨੂੰ ਆਪਣੇ ਫਰੈਂਡ ਤੋਂ ਮੰਗਣੇ ਨਾ ਪੈਂਦੇ ਉਧਾਰੇ। she would not need to borrow from her friend, ਉਹਨੂੰ ਆਪਣੇ ਫਰੈਂਡ ਤੋਂ ਮੰਗਣ ਦੀ ਲੋੜ ਨਾ ਪੈਂਦੀ। ਆਪਾਂ ਇੱਥੇ ਕੀ ਕੀਤਾ, ਫਸਟ ਫਾਰਮ ਤੋਂ ਸੈਕੰਡ ਫਾਰਮ ਕਰਤੀ ਤੇ ਵਿਦ ਤੋਂ ਕੀ ਕਰਤਾ, would ਕਰਤਾ। ਇਹ ਦਾ ਰੂਲ ਹੈ। ਠੀਕ ਹੈ, ਨਾਲੇ ਇੱਕ ਤੁਹਾਡਾ would ਦਾ ਯੂਸੇਜ ਵੀ ਆ ਗਿਆ ਕਿ ਪਾਸਟ ਵਿੱਚ ਹੀ ਯੂਜ਼ ਹੁੰਦਾ ਹੈ। ਸੋ ਆਪਣੀ ਐਗਜ਼ਾਮਪਲ ਕਲੀਅਰ ਹੈ। फर्स्ट एग्जांपल, सेकंड एग्जांपल। इथे प्रेजेंट डेफिनेट ते फ्यूचर डेफिनेट। ओके, पास्ट डेफिनेट ते विल दी जगह ते वुड आ गया, वुड नाल भी फर्स्ट फॉर्म ही लगेगी। ओके, सो दिस इज द डिफरेंस बिटवीन फर्स्ट टाइप एंड सेकंड टाइप। जेडी थर्ड टाइप है वो ਆਪਾਂ स्पेशली कंडीशनल सेंटेंस ਕਰਾਂਗੇ, ਉਹਦੇ ਵਿੱਚ ਤੁਹਾਨੂੰ ਕਰਾਉਂਗਾ ਥੋੜੀ ਜਿਹੀ ਟਿਪੀਕਲ ਹੈ। ਓਕੇ, ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਜਾਓ, ਤਾਂ ਨਹੀਂ ਮੈਂ ਤੁਹਾਨੂੰ ਕਰਾ ਰਿਹਾ ਹੈਗਾ, ਸਿਰਫ ਦੋ ਹੀ ਕਾਫੀ ਹੈ। ਓਕੇ, ਉਹਦੇ ਵਿੱਚ ਹੈਡ ਤੇ ਵੁਡ ਹੈਵ ਲੱਗਦਾ ਹੁੰਦਾ ਹੈ। ਸਮਝਾਉਣਾ ਹੈ, देखो जिवें मैं ਤੁਹਾਨੂੰ ਇਹ ਚੀਜ਼ ਦੱਸੀ ਹੈ ਕਿ ਜਿਵੇਂ yet ਨੂੰ ਆਪਾਂ ਸਕਿਪ ਕਰ ਦਿੰਦੇ ਆ ਫਾਰਮਲ ਲੈਂਗੁਏਜ ਲਈ, ਇਨਫਾਰਮਲੀ ਦੈਨ ਦਾ ਇਸਤੇਮਾਲ ਕਰਦੇ ਆ ਆਪਾਂ। ਠੀਕ ਹੈ, ਬਟ ਫਾਰਮਲ ਲੈਂਗੁਏਜ ਲਈ ਇੱਥੇ ਵੀ ਜਿਹੜਾ ਦੈਨ ਹੈ ਉਹ ਮਤਲਬ ਕਿ ਲਗਾਉਣ ਦੀ ਲੋੜ ਨਹੀਂ, ਕੱਲਾ ਕੋਮਾ ਹੀ ਦੈਨ ਦਾ ਕੰਮ ਕਰ ਰਿਹਾ। ਓਕੇ, ਜਿਵੇਂ ਆਪਾਂ yet ਦਾ ਕੰਮ ਵੀ ਕੋਮੇ ਤੋਂ ਲੈ ਲਿਆ ਤੇ ਦੈਨ ਦਾ ਕੰਮ ਵੀ ਕੋਮੇ ਤੋਂ ਲੈ ਲਿਆ। ਹਰਪ੍ਰੀਤ ਵੀ ਹਜੇ ਯੂਜ਼ ਕਰਦੀ ਹੈ ਨਾ ਦੈਨ। ਆਈ ਥਿੰਕ ਇਫ ਦੇ ਨਾਲ ਇੱਕ ਦੋ ਬੱਚੇ ਹੋ ਰਹੇ ਆ ਜਦੋਂ ਰਾਈਟਿੰਗ ਦੇ ਵਿੱਚ ਇਫ ਨਾਲ ਦੈਨ ਯੂਜ਼ ਕਰਦੇ ਆ, ਬਟ ਵੀ ਨੀਡ ਨਾਟ ਰਾਈਟ ਦੈਟ। ਓਕੇ, ਧਿਆਨ ਰੱਖਿਓ। ਦੈਨ ਯੂਜ਼ ਕਰਨਾ ਤਾਂ ਕੋਮਾ ਹਟਾ ਦੇਣਾ। ਨਹੀਂ, ਜੇ ਦੈਨ ਹੀ ਕੋਮਾ ਤਾਂ ਲੱਗੇਗਾ ਹੀ ਲੱਗੇਗਾ। ਠੀਕ ਹੈ, ਜੇਕਰ ਇਫ ਵਾਲਾ ਸੈਂਟੈਂਸ ਪਹਿਲਾਂ ਲਿਖਿਆ ਤਾਂ ਕੋਮਾ ਲੱਗੇਗਾ ਹੀ ਲੱਗੇਗਾ। ਠੀਕ ਹੈ, ਜੇਕਰ ਤੁਸੀਂ ਆਹ ਵਾਲਾ ਸੈਂਟੈਂਸ ਪਹਿਲਾਂ ਲਿਖ ਦੋਗੇ ਫਿਰ ਤੁਹਾਨੂੰ ਕੋਮਾ ਲਗਾਉਣ ਦੀ ਲੋੜ ਨਹੀਂ। ਜਿਵੇਂ ਕਿ I will buy you a beautiful toy car, मैं तुम्हें एक beautiful toy car लेके दूंगा if you pass the exam with first position। ਇੱਥੇ ਤੁਹਾਨੂੰ ਕਿਸੇ ਕੋਮੇ ਦੀ ਲੋੜ ਨਹੀਂ। ਓਕੇ, ਤੁਸੀਂ ਜਸਟ if ਵਾਲੇ ਫਰੇਜ਼ ਨੂੰ ਜਦੋਂ ਅੱਗੇ ਲੈ ਕੇ ਆਉਣੇ ਉਦੋਂ ਕੋਮਾ ਡਿਮਾਂਡ ਕਰਦਾ ਹੈ। ਕਲੀਅਰ। ਓਕੇ, ਸਟੂਡੈਂਟ ਆਪਣੇ ਕੋਲ ਆ ਗਿਆ when ਤੇ then। ਐਵੇਂ ਆਪਾਂ ਇੱਥੇ ਫਿਰ ਠੀਕ ਹੈ, when ਨਾਲ ਆਪਾਂ ਇੱਕ ਟਾਈਮ ਸੈਟਲ ਕਰਾਂਗੇ ਕਿ ਜਦੋਂ ਤੁਸੀਂ ਇਹ ਕੰਮ ਕੀਤਾ then means ਉਦੋਂ ਜਾਂ ਫਿਰ। ਠੀਕ ਹੈ, when you understand the sentence properly, ਜਦੋਂ ਤੁਸੀਂ सेंटेंस ਨੂੰ ਚੰਗੀ ਤਰ੍ਹਾਂ ਸਮਝਦੇ ਹੋ, when you understand the sentence properly, ਇਹ ਵੀ present definite ਵਿੱਚ ਹੀ ਆਏਗਾ ਜੋ ਕਿ if ਵਾਲਾ sentence ਹੈ ਸੀਗਾ। you do not face any problem, do not face any problem while writing। ठीक है, ਜਦੋਂ ਤੁਸੀਂ ਕੋਈ ਸੈਂਟੈਂਸ ਚੰਗੀ ਤਰ੍ਹਾਂ ਸਮਝਦੇ ਹੋ you do not face any problem while writing, ਤਾਂ ਦੂਜਾ ਸੈਂਟੈਂਸ ਵੀ ਇੰਡੈਫੀਨਿਟ ਹੀ ਆ ਗਿਆ। ਠੀਕ ਹੈ, ਉਹਨੂੰ ਤੁਸੀਂ ਇੰਡੈਫੀਨਿਟ ਵੀ ਲਿਖ ਸਕਦੇ ਹੋ, ਫਿਊਚਰ ਵੀ ਕਰ ਸਕਦੇ ਹੋ ਤੇ ਕੈਨ ਨਾਟ ਜਾਂ ਕੁਡ ਨਾਟ ਵੀ ਲਗਾ ਕੇ ਅੱਗੇ ਸੈਂਟੈਂਸ ਰੀਡ ਕਰ ਸਕਦੇ ਹੋ। ਇੱਥੇ ਤੁਸੀਂ ਫ੍ਰੀ ਹੋ।
ठीक है, ਤੁਸੀਂ एक्टिव पैसिव भी कर सकते हैं। हाँ जी, यदि एक एग्जांपल नोट कर लिए, when I called my friend, ਜਦੋਂ मैं अपने फ्रेंड ਨੂੰ ਕਾਲ ਕੀਤੀ, ਕੋਮਾ ਇੱਥੇ ਪਾਸਟ ਲੈ ਲਿਆ, ਠੀਕ ਹੈ, ਮੈਂ ਇੱਕ ਸੈਂਟੈਂਸ, when I called my friend he was busy in an important meeting, ਉਹ ਇੱਕ ਇੰਪੋਰਟੈਂਟ ਮੀਟਿੰਗ ਦੇ ਵਿੱਚ ਬਿਜ਼ੀ ਸੀ, ਠੀਕ ਹੈ, ਸਿੰਪਲ। ਜੇ ਮੈਂ ਇੱਥੇ ਪਾਸਟ ਲੈ ਕੇ ਆਇਆ ਤਾਂ ਇੱਥੇ ਵੀ ਪਾਸਟ ਲੈ ਕੇ ਆਉਂਗਾ। ਉਹ ਪਾਸਟ ਕੰਟੀਨਿਊਸ ਵੀ ਹੋ ਸਕਦਾ ਹੈ, ਇੰਡੈਫੀਨਿਟ ਵੀ ਹੋ ਸਕਦਾ ਹੈ ਤੇ ਬਿਨਾ ਵਰਬ ਤੋਂ ਵੀ ਹੋ ਸਕਦਾ ਹੈ, ਜਿਵੇਂ ਕਿ ਆ ਬਿਨਾ ਇਕੱਲਾ ਸੈਂਟੈਂਸ ਹੈ ਪਾਸਟ ਵਾਲਾ, ਕੋਈ ਟੈਂਸ ਨਹੀਂਗਾ। ਓਕੇ, ਇੱਥੇ ਆਪਾਂ ਵੀ ਕਹਿ ਸਕਦੇ ਸੀ when I called my friend he was taking his dinner, when I called my friend he was washing his clothes, when I called my friend he was talking to someone else, ਜਦੋਂ ਮੈਂ ਉਹਨੂੰ ਕਾਲ ਕੀਤੀ ਉਹ ਕਿਸੇ ਹੋਰ ਨਾਲ ਗੱਲ ਕਰ ਰਿਹਾ ਸੀਗਾ। ਜੋ ਵੀ ਸੈਂਟੈਂਸ ਲਿਖਾਂਗੇ ਪਾਸਟ ਵਿੱਚ ਲਿਖਾਂਗੇ, ਕੰਟੀਨਿਊਸ ਹੋਵੇ, ਸਿੰਪਲ ਹੋਵੇ ਜਾਂ ਇੰਡੈਫੀਨਿਟ ਹੋਵੇ, ਐਨੀਥਿੰਗ। ਓਕੇ, ਸੋ ਇਹਦੇ ਐਗਜ਼ਾਮਪਲ ਕਲੀਅਰ ਹੈ। ਉਵੇਂ ਹੀ ਆਪਾਂ ਇੱਥੇ ਵੀ ਦੈਟ ਸਕਿਪ ਕਰਾਂਗੇ, ਜਿਨ੍ਹਾਂ ਨੇ ਲਗਾਉਣਾ ਹੈ ਆਪਣੀ ਤਸੱਲੀ ਲਈ ਲਗਾ ਸਕਦੇ ਆ, ਦੈਟ ਵੁੱਡ ਬੀ ਨਾਟ ਰੋਂਗ। ਓਕੇ, ਉਹ ਗਲਤ ਨਹੀਂ ਹੋਊਗਾ। ਜੇਕਰ ਤੁਸੀਂ ਰਾਈਟਿੰਗ ਕਰਦੇ ਹੋ ਆਇਲਸ ਵਾਲੀ, ਉੱਥੇ ਦੈਨ ਨੂੰ ਇਗਨੋਰ ਕਰਨਾ ਹੀ ਚੰਗਾ, ਕਿਉਂਕਿ ਉਹ ਇਨਫੋਰਮਲ ਹੋ ਜਾਂਦਾ ਹੈ। ਓਕੇ, हाँ जी, अपने को नेक्स्ट एग्जांपल आ गई नीदर नॉर ते ईदर ऑर। नीदर नॉर ते ईदर ऑर, ਇਹਨੂੰ ਧਿਆਨ ਨਾਲ ਸਮਝੋ, ਠੀਕ ਹੈ। ਦੋਵਾਂ ਦਾ ਯੂਸੇਜ मतलब कि यूसेज सेम है बट मीनिंग अलग-अलग है। ओके, सब तो पहला ਆਪਾਂ ਇਹਨੂੰ ਯੂਜ਼ ਕਰਦੇ ਆ, ਇਹਦਾ मीनिंग ਹੁੰਦਾ ਹੈ ਨਾ ਇਹ ਤੇ ਨਾ ਹੀ ਇਹ। नीदर नॉर का की मीनिंग है ना ये ना ही ये, ठीक है। इधर और का की मीनिंग है जा ये ते जा ये। ओके, ਇਹਦਾ मीनिंग ਇਹ ਬਣਦਾ ਹੈ। ਦੋਵਾਂ ਦੇ ਵਿੱਚ ਫਰਕ ਦੇਖੋ, नीदर नॉर ਤੇ ਐਨ ਲੱਗੇ ਡੈਫੀਨਿਟਲੀ ਨੈਗੇਟਿਵ ਹੋਊਗਾ ਵੀ ਨਾ ਇਹ ਤੇ ਨਾ ਇਹ, ਉਹਦਾ ਕੀ ਆ ਜਾਊਗਾ ਜਾਂ ਇਹ ਤੇ ਜਾਂ ਇਹ। ਹੁਣ ਇਹਨੂੰ ਪਹਿਲਾਂ ਮੈਂ ਦੋ ਸੈਂਟੈਂਸ ਲਿਖੂੰਗਾ। ओके, ਇੱਥੇ ਆਪਾਂ 5 ਮਿੰਟ ਲਗਾਉਣੇ ਆ। ਫਿਰ ਮੈਂ ਦੋ ਸੈਂਟੈਂਸ ਲਿਖੂੰਗਾ, ਆਪਾਂ ਵੇਖਣਾ ਵੀ ਸੈਂਟੈਂਸ ਚੇਂਜ ਕਿੱਥੋਂ ਹੁੰਦੇ ਆ ਦੋਵੇਂ। ਆਪਾਂ ਦੋਵਾਂ ਨੂੰ ਜੋੜਾਂਗੇ ਜਦੋਂ, ਤਾਂ ਦੋਵੇਂ ਸੈਂਟੈਂਸ ਚੇਂਜ ਕਿੱਥੋਂ ਹੋ ਰਹੇ ਆ। ਜਿੱਥੋਂ ਸੈਂਟੈਂਸ ਚੇਂਜ ਹੋ ਜਾਊਗਾ ਉੱਥੇ ਤੁਹਾਡਾ ਪਹਿਲਾ ਨੀਦਰ ਲੱਗੂਗਾ, ਬਾਅਦ ਵਿੱਚ ਨॉर ਲੱਗੂਗਾ। ਧਿਆਨ ਨਾਲ ਦੇਖੋ, ਪਹਿਲਾਂ ਆਪਾਂ ਸਟਾਰਟਿੰਗ ਤੋਂ ਚੇਂਜ ਕਰ ਦਾਂਗੇ। ਤਿੰਨ ਐਗਜ਼ਾਮਪਲ ਦੇਵਾਂਗੇ ਨੇ, ਠੀਕ ਹੈ। ਜਿਵੇਂ ਕਿ I do not like mangoes, I do not like mangoes। दूसरा सेंटेंस है my brother does not like mangoes। ये सेंटेंस स्टार्टिंग तो चेंज हो रहा है ना, जितों सेंटेंस चेंज होगा ਉੱਥੇ नीदर नॉर लगेगा। कई बच्चे गलत इस्तेमाल करते हैं, देखो I do not like mangoes, my brother does not like mangoes। ਆਪਾਂ स्टार्टिंग ਤੇ ਹੀ ਉਹ ਲਗਾ ਦਾਂਗੇ, ठीक है। neither I nor my brother, ठीक है, ना मैनू ना ही मेरे ब्रदर नु, और my brother likes mangoes। ओके, ਜਦੋਂ ਵੀ ਤੁਸੀਂ ਇਹਨਾਂ ਦੋਵਾਂ ਸਬਜੈਕਟਾਂ ਦੇ ਨਾਲ ਵਰਬ ਲਗਾਉਣੀ ਹੈ, ਉਹ ਐਸ ਲਗਾ ਕੇ ਲਗਾਉਣੀ ਹੈ, ਕਿਉਂਕਿ ਨੀਦਰ ਨॉर ਵਿੱਚੋਂ ਇੱਕ ਜਣੇ ਨੂੰ ਚੂਜ਼ ਕਰਦੇ ਆਪਾਂ, ਠੀਕ ਹੈ। ਨੀਦਰ ਆਈ ਨॉर ਮਾਈ ਬ੍ਰਦਰ ਲਾਈਕਸ ਮੈਂਗੋਜ਼, ਮਤਲਬ ਕਿ ਇਸ ਸਬਜੈਕਟ ਦੇ ਅਕੋਰਡਿੰਗ ਤੁਹਾਡੀ ਵਰਬ ਲੱਗੇਗੀ। ਜਿਵੇਂ ਆ ਸਬਜੈਕਟ ਹੈ, ਮਾਈ ਬ੍ਰਦਰ ਸਿੰਗੂਲਰ ਹੈ ਤਾਂ ਲਾਈਕਸ, ਡੂ ਨੋਟ ਤੇ ਡਸ ਨੋਟ ਤਾਂ ਦੋਵੇਂ ਕੱਟੇ ਜਾਣਗੇ। ओके, ये दोनों ਕੱਟੇ ਜਾਣਗੇ ਕਿਉਂਕਿ ਇਹਨਾਂ ਦੀ ਜਗ੍ਹਾ ਨੀਦਰ ਤੇ ਨॉर ਨੇ ਲੈ ਲਈ। ਹੁਣ ਇੱਕ ਸੈਕਿੰਡ ਐਗਜ਼ਾਮਪਲ ਦੇਖੋ ਇਸੇ ਦੀ, कि ਹੁਣ ਆਪਾਂ ਸੈਂਟੈਂਸ ਨੂੰ ਥੋੜਾ ਜਿਹਾ ਅੱਗੇ ਜਾ ਕੇ ਚੇਂਜ ਕਰਾਂਗੇ, ਸਟਾਰਟਿੰਗ ਤੋਂ ਸੇਮ ਹੋਊਗਾ, ਠੀਕ ਹੈ। ਜਿਵੇਂ ਕਿ ਸੋਨੀਆ is not weak in English, ठीक है। सोनिया is not weak in हिंदी। ओके, ਹੁਣ ਆਪਣਾ सब्जेक्ट जमा लास्ट ਤੇ ਜਾ ਕੇ चेंज हो रहा है,
जमा लास्ट जाके चेंज हो रहा है उथों तक जमा सेम है, ठीक है। तो जेड़ा सेंटेंस सेम है पहले लिख लांगे ਆਪਾਂ नॉट तो ऑलरेडी कट्टे जाऊगा। सोनिया इज वीक, वीक नीदर इन इंग्लिश नॉर इन हिंदी, नॉर इन हिंदी। ਹੁਣ ਜੇਕਰ ਤੁਸੀਂ ਚਾਹੁੰਦੇ ਤਾਂ ਇਨ ਨੂੰ ਵੀ ਕਾਮਨ ਲੈ ਸਕਦੇ ਸੀਗੇ, ਸੋਨੀਆ ਇਜ਼ ਵੀਕ ਇਨ ਨੀਦਰ ਇੰਗਲਿਸ਼ ਨॉर ਹਿੰਦੀ। ਜਿੱਥੋਂ ਸੈਂਟੈਂਸ ਨੇ ਚੇਂਜ ਸ਼ੁਰੂ ਕਰਤਾ ਉੱਥੇ ਆਪਣਾ ਸੈਂਟੈਂਸ ਹੈ ਜਿਹੜਾ ਉੱਥੇ ਨੀਦਰ ਨॉर ਆਪਣੀ ਜਗ੍ਹਾ ਲੈ ਲੂਗਾ, ਠੀਕ ਹੈ। ਨॉट ਕੱਟਿਆ ਜਾਊਗਾ, ਓਕੇ। ਇਹੀ ਯੂਸੇਜ ਹੈ ਜਿਹੜਾ ਈਦਰ ਤੇ ਔਰ ਦਾ, ਵੀ ਜਦੋਂ ਸੈਂਟੈਂਸ ਨੇ ਚੇਂਜ ਕਰਤਾ ਜਿੱਥੋਂ ਚੇਂਜ ਹੋ ਗਿਆ ਉੱਥੋਂ ਇਹਨੇ ਆਪਣੀ ਜਗ੍ਹਾ ਲੈ ਲੈਣੀ, ठीक है। आप एक एग्जांपल इधर और भी करेंगे क्योंकि आ चीज आप कर चुके हैं, ठीक है। कि जा ए जा ए इस बाद अपना वेदर और आएगा ओदा मीनिंग ਇਹਦੇ ਨਾਲ ਕਿਵੇਂ ਲੱਗ ਗਿਆ ਉਹ ਵੀ ਮੈਂ ਕਲੀਅਰ ਕਰਨਾ ਹੈ, ਬੱਚੇ ਨੂੰ ਵੀ ਕਨਫਿਊਜ਼ਨ ਰਹਿੰਦੀ ਹੈ ਵੀ ਇਧਰ ਲਗਾਉਣਾ ਕਿ वेदर ਲਗਾਉਣਾ, ठीक है। ਜਿਵੇਂ ਕਿ ਇਧਰ और ਦੇ ਵਿੱਚ ਕਹਾਂਗੇ ਆਪਾਂ राहुल लाइक्स पिज्जा, वही एग्जांपल आ गई। क्या पकावांगे राहुल लाइक्स बर्गर। और ऐसे कंफ्यूजन है, ठीक है। दो चीजें कंफ्यूजन आप पकावांगे राहुल लाइक्स इधर पिज्जा और बर्गर। फिर जान पिज्जा पसंद है जान बर्गर पसंद है, ठीक है। जिवें कि I would go to either Delhi और चंडीगढ़, जा मैं दिल्ली जाऊंगा जा मैं चंडीगढ़ जाऊंगा, ठीक है। I will give this marker either to Raman or to Stilder, जा मैं रमन को दूंगा जा मैं Stilder को मार्कर पकड़ाऊंगा, कुछ भी, ठीक है। इधर ते और जा ये जा वो, ओके। हाँ जी, ਤੁਸੀਂ ਆਪਣੇ ਐਗਜ਼ਾਮਪਲ ਜਦੋਂ ਬਣਾਓਗੇ ਉਹਨਾਂ ਦੇ ਵਿੱਚ ਗਲਤੀਆਂ ਹੋਣਗੀਆਂ, ਉਹ ਗਲਤੀਆਂ ਜਦੋਂ ਮੈਂ ਸਹੀ ਕਰੂੰਗਾ ਉਦੋਂ ਇਹ ਚੀਜ਼ ਤੁਹਾਨੂੰ ਜ਼ਿਆਦਾ ਕਲੀਅਰ ਹੋਊਗੀ। ਜਦੋਂ ਤੁਹਾਡੀਆਂ ਆਪਣੀਆਂ ਐਗਜ਼ਾਮਪਲ ਮੇਰੇ ਸਾਹਮਣੇ ਆਉਣੀਆਂ ਤੇ ਉਹ ਐਗਜ਼ਾਮਪਲ ਮੈਂ ਸਹੀ ਕਰੂੰਗਾ ਫਿਰ ਤੁਹਾਨੂੰ ਇਹ ਚੀਜ਼ ਵਧੀਆ ਤਰੀਕੇ ਨਾਲ ਲੰਬੇ ਸਮੇਂ ਲਈ ਯਾਦ ਹੋ ਜੂਗੀ। ਲੰਬਾ ਸਮਾਂ ਛੱਡੋ, ਤੁਹਾਡੇ ਐਗਜ਼ਾਮ ਤੱਕ ਲਈ ਤੁਹਾਨੂੰ ਵਧੀਆ ਯਾਦ ਰਹਿ ਜਾਏਗੀ, ਠੀਕ ਹੈ। हाँ जी, अपने को अगले रह गई है वेदर ते और rather than ਤੇ less should। ਆਪਾਂ ਲਿਖਣਾ ਹੈ वेदर ਤੇ और ਦੇ ਵਿੱਚ ਕੀ ਫਰਕ ਹੈ। वेदर ਤੇ और ਦੇ ਫਰਕੋ ਕੰਮ ਸੀਗਾ ਵੀ ਜਾਂ ਇਹ ਤੇ ਜਾਂ ਇਹ ਆਪਾਂ ਕੋਈ ਦੋ ਐਕਟੀਵਿਟੀ ਦੋ ਚੀਜ਼ਾਂ ਜਾਂ ਦੋ ਪਰਸਨ ਨੂੰ ਚੂਜ਼ ਕਰਦੇ ਆ, ਦੋਵਾਂ ਚੋਂ ਕਿਸੇ ਇੱਕ ਨੂੰ, ਓਕੇ। ਤਾਂ ਹੁਣ ਆਪਾਂ ਇੱਥੇ ਕੀ ਕਰਾਂਗੇ ਇਹਦੇ ਵਿੱਚ ਇੱਕ ਹੀ ਚੀਜ਼ ਹੋਊਗੀ ਵੀ ਜਾਂ ਉਹ ਚੀਜ਼ ਕਰਾਂਗੇ ਤੇ ਜਾਂ ਨਹੀਂ ਕਰਾਂਗੇ, ਠੀਕ ਹੈ। ਜਿਵੇਂ ਕਿ you must go there, ਤੁਹਾਨੂੰ ਇੱਥੇ ਜਾਣਾ ਚਾਹੀਦਾ, ਡਿਊਟੀ ਹੈ ਨਾ। you must go there whether you like or not, चाहे ਤੁਹਾਨੂੰ पसंद है ਜਾਂ नहीं, ओके। नेक्स्ट एग्जांपल रमन will help you, रमन ਤੁਹਾਡੀ हेल्प करेगी whether she has money or not, ਭਾਵੇਂ ਉਹਦੇ ਕੋਲ ਪੈਸੇ ਹੈਗੇ ਐ ਜਾਂ ਨਹੀਂ ਹੈ, ਕਲੀਅਰ। ਹਾਂਜੀ, you will understand this sentence properly whether you listen properly or not, चाहे ਤੁਸੀਂ ਧਿਆਨ ਨਾਲ ਸੁਣੋ ਜਾਂ ਨਾ ਸੁਣੋ, ठीक है। You will pass the exam easily whether you study or not। कुछ पेपर होते हैं ना जो एनवायरनमेंट ਦਾ पेपर ਹੁੰਦਾ बीए ਚ ਕਿ ਤੁਸੀਂ एग्जाम पास कर लोगे, ਤੁਸੀਂ ਭਾਵੇਂ ਪੜ੍ਹੇ ਹੋ ਜਾਂ ਨਹੀਂ ਪੜ੍ਹੇ, ठीक है। whether you study or not you will pass the environmental exam
whether you study or not, ठीक है। एक चीज का फर्क है whether ते और विच either ते और विच, ठीक है। हाँ जी, नेक्स्ट एग्जांपल आ गई rather than less should, इकट्ठे इकट्ठे यूज होंगे। I would rather choose English than हिंदी, कि मैं इंग्लिश चूज करूंगा हिंदी ना। आई वुड रादर चूज हिंदी देन इंग्लिश, सॉरी चूज इंग्लिश देन हिंदी, मैं हिंदी नालों इंग्लिश पसंद करूंगा चुननी, ठीक है। अगली एग्जांपल, मैं चिल्ड्रन वुड थोड़ी एग्जांपल ऐसी हो जाएगी, चिल्ड्रन वुड रादर spend their time in the playground than in the classroom, बच्चे अपना ज्यादा टाइम क्लासरूम में स्पेंड करने के बजाय प्लेग्राउंड में स्पेंड करने की, ठीक है। चिल्ड्रन वुड रादर स्पेंड टाइम इन प्लेग्राउंड देन इन द क्लासरूम, क्लासरूम में स्पेंड करने बजाय प्लेग्राउंड में स्पेंड करने की, किसी चीज की बजाय, ठीक है। रादर ते देन ਨੂੰ ਆਪਾਂ ਅਲੱਗ-ਅਲੱਗ ਯੂਜ਼ ਕਰਦੇ ਹਾਂ, ਜਿਵੇਂ ਕਿ ਰਾਦਰ ਦੇਨ ਨੂੰ ਇਕੱਠਾ ਵੀ ਯੂਜ਼ ਕਰ ਲੈਂਦੇ ਆਪਾਂ। ਉਹਦੀ ਇੱਕ ਐਗਜ਼ਾਮਪਲ ਦੇਖ ਲਓ, ਇੱਥੇ ਲਿਖ ਦਿੰਦਾ ਐਗਜ਼ਾਮਪਲ ਮੈਂ, ਜਿਵੇਂ ਕਿ राहुल speaks हिंदी rather than उर्दू, इतने सीधा ही आ जाएगा, ठीक है। ये भी एक टाइप, राहुल speaks हिंदी rather than उर्दू, ओके। वो हिंदी बोल रहा है उर्दू नहीं बोल रहा, क्लियर। इतने इकट्ठा यूज आ गया, इतने अलग-अलग यूज आ गया। हाँ जी, ਆਪਾਂ ਤੇ ਕਹਾਂਗੇ ਪਹਿਲਾਂ ਇੱਕ ਸਲਾਹ ਦੇਵਾਂਗੇ, ਵਾਕ ਪ੍ਰੋਪਰਲੀ, ਧਿਆਨ ਨਾਲ ਕਰੋ, ਸਲਾਹ ਦਿੱਤੀ ਇੱਕ, ਠੀਕ ਹੈ। ਇੱਥੇ ਆਪਾਂ ਕਹਾਂਗੇ lest you should fall, ਅਗਲਾ ਇਹਦਾ ਕੀ ਮੀਨਿੰਗ ਬਣ ਗਿਆ, ਕਿਤੇ ਤੁਸੀਂ ਡਿੱਗ ਨਾ ਪਓ, नेगेटिव नहीं गा, नो नहीं है किते, पर फिर भी मीनिंग आउटपुट दे रहा है, ਉਹਦਾ मीनिंग ਇਹ ਹੋਊਗਾ वर्क ਪ੍ਰੋਪਰਲੀ, ਵੀ ਬੰਦਿਆਂ ਨੂੰ ਕਰੋ, ਨਹੀਂ ਤਾਂ ਕਿਤੇ ਤੁਸੀਂ ਡਿੱਗ ਨਾ ਪਓ, ਧਿਆਨ ਨਾਲ ਕਰੋ, ਕਿਤੇ ਤੁਸੀਂ ਡਿੱਗ ਨਾ ਪਓ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਦੇਖ ਲਓ, ਰਾਈਟ ਕਲੀਅਰਲੀ, साफ साफ लिखो, lest you should fail in the exam, इधर पेपर च फेल ना हो जाए, ठीक है। जहां पर कह सकते हैं improve your handwriting lest you should fail in the exams, okay। So this is the example of lest and should। So students, ਆਪਾਂ ਜਿਹੜੇ 10 कोर एक्टिव कंजंक्शन कंप्लीट कर रहे हैं। आई वांट कि स्टूडेंट्स एग्जांपल बना के YouTube ਦੇ ਕਮੈਂਟ ਸੈਕਸ਼ਨ ਦੇ ਵਿੱਚ ਭੇਜਣ, ਤਾਂ ਮੈਂ ਉਹਨਾਂ ਨੂੰ ਕਰੈਕਟ ਕਰਕੇ ਐਗਜ਼ਾਮਪਲ ਭੇਜੂਗਾ। ਜੇਕਰ ਨਹੀਂ ਤਾਂ WhatsApp ਤੇ ਆਪਣੀ ਐਗਜ਼ਾਮਪਲ ਸੈਂਡ ਕਰ ਸਕਦੇ ਆ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕੁਝ ਲਰਨ ਕਰ ਰਹੇ ਹੋ ਕਿ ਜਸਟ ਆਪਣਾ ਡਾਟਾ ਵੇਸਟ ਕਰ ਰਹੇ ਹੋ। ਆਈ ਰਿਕੁਐਸਟ ਯੂ ਕਿ ਸਾਰੇ ਬੱਚੇ ਨੋਟਬੁੱਕ ਲੈ ਕੇ ਇਹ ਵੀਡੀਓ ਨੂੰ ਦੇਖਿਆ ਕਰਨ, ਤਾਂ ਕਿ ਤੁਹਾਨੂੰ ਪ੍ਰੋਪਰ ਵੇ ਨਾਲ ਸਮਝ ਆ ਸਕੇ, ਤੁਹਾਡਾ ਟਾਈਮ, ਤੁਹਾਡਾ ਡਾਟਾ कुछ भी वेस्ट ना हो, ना ही सारा टाइम वेस्ट हो। So thank you so much for watching this video till the end।